20 ਤਰੀਕ ਨੂੰ ਖੇਤਾਂ 'ਚ ਕਰਨ ਗਿਆ ਸੀ ਤੇ 22 ਤਰੀਕ ਨੂੰ ਆਪਾਂ ਨੂੰ ਇਤਲਾਹ ਮਿਲੀ। 22 ਤਰੀਕ ਨੂੰ ਜਦੋਂ ਪੁਲਿਸ ਨੂੰ ਇਤਲਾਹ ਦਿੱਤੀ ਇਹਨਾਂ ਦੇ ਬੇਟੇ ਨੇ, ਤੇ ਇਹਨਾਂ ਦੇ ਬੇਟੇ ਦੇ ਬਿਆਨ ਤੇ ਫਿਰ ਅਸੀਂ ਇੱਕ FIR ਦਰਜ ਕੀਤੀ 346 ਹਾਂਜੀ 122 ਨੰਬਰ ਮੁਕੱਦਮਾ ਦਰਜ ਕਰਕੇ ਅਸੀਂ 346 IPC ਦੀ ਥਾਣਾ ਸੰਦੌੜ ਦੇ ਵਿੱਚ ਮੁਕੱਦਮਾ ਦਰਜ ਕਰਕੇ ਅਸੀਂ ਤਫਤੀਸ਼ ਸ਼ੁਰੂ ਕੀਤੀ। ਉਸ ਤੋਂ ਬਾਅਦ ਕਿਉਂਕਿ ਨਾਮਲੂਮ ਬੰਦਿਆਂ ਦੇ ਖਿਲਾਫ ਸੀ 346 ਦੀ FIR, ਉਵੇਂ ਤਫਤੀਸ਼ ਚੱਲ ਰਹੀ ਸੀ। ਇਸੇ ਦੌਰਾਨ 25 ਤਰੀਕ ਨੂੰ ਫਿਰ ਕੁਝ ਨਵੇਂ ਤੱਥ ਜਿਹੜੇ ਆ ਉਹ ਸਾਡੇ ਸਾਹਮਣੇ ਆਏ, ਜਿਨ੍ਹਾਂ ਦੀ ਢੰਗਾਈ 'ਚ ਅਸੀਂ ਤਫਤੀਸ਼ ਕੀਤੀ ਔਰ ਇਹਨਾਂ ਦੇ ਬੇਟੇ ਨੇ ਮਦਈ ਨੇ ਜਿਹੜਾ ਹੈ ਕੰਪਲੇਨੈਂਟ ਹੈ, ਉਹਨਾਂ ਨੇ ਫਰਦਰ ਆਪਣਾ ਸਪਲੀਮੈਂਟਰੀ ਸਟੇਟਮੈਂਟ ਦੇ ਵਿੱਚ ਫਿਰ ਸਾਨੂੰ ਇਹ ਗੱਲ ਦੱਸੀ ਕਿ ਜਿਹੜੇ ਇਹ 3 ਬੰਦੇ ਨੇ, ਇਹਨਾਂ ਤੇ ਜਿਹੜਾ ਉਹਨਾਂ ਦਾ ਸ਼ੱਕ ਸੀ ਜਾਂ ਸ਼ੰਕਾ ਸੀ ਵੀ ਇਹਨਾਂ ਨੇ ਉਹਨਾਂ ਦੇ ਫਾਦਰ ਨੂੰ ਜਿਹੜਾ ਕਿ ਮਾਰ ਦੇਣ ਦੀ ਨੀਅਤ ਦੇ ਨਾਲ ਕਿਸੇ ਤਰੀਕੇ ਦੇ ਨਾਲ ਇਹਨੂੰ ਲਕਾਸ਼ ਪਾ ਕੇ ਰੱਖਿਆ ਹੋਇਆ। ਉਸੇ ਆਧਾਰ ਤੇ ਫਿਰ ਅਸੀਂ ਇਹਨਾਂ ਦੀ SHO ਸਾਹਿਬ ਨੇ ਆਪਣੀ ਪੁਲਿਸ ਪਾਰਟੀ ਦੇ ਮੁਤਾਬਕ ਇਮੀਡੀਏਟ ਕਾਰਵਾਈ ਕਰਦੇ ਹੋਏ ਇਹਨਾਂ ਦੇ ਵਿੱਚੋਂ 2 ਜਿਹੜੇ ਮੁਲਜ਼ਮ ਨੇ, 2 ਦੋਸ਼ੀ ਨੇ, ਇੱਕ ਦਾ ਨਾਮ ਹੈ ਗੁਰਦੀਪ ਸਿੰਘ ਉਰਫ ਗੱਗੀ ਤੇ ਦੂਸਰਾ ਹੈ ਲక్ష్మణ ਚੰਦ ਉਰਫ ਨਾਇਤਾ। ਇਹ ਦੋਨਾਂ ਨੂੰ ਇਹਦੇ ਤੇ ਯਕਦਮ ਕਾਰਵਾਈ ਕਰਦੇ ਹੋਏ 26 ਨੂੰ ਗ੍ਰਿਫਤਾਰ ਕੀਤਾ, ਅਰੈਸਟ ਕੀਤਾ ਔਰ ਉਹਨਾਂ ਦੀ ਨਿਸ਼ਾਨਦੇਹੀ ਤੇ ਬਕਾਇਦਾ ਫਰਦ ਇਨਸਾਫ ਜੋ ਉਹਨਾਂ ਨੇ ਕੀਤਾ ਕਿ ਜਿਹੜੀ ਉਹਦੀ ਜਰਨੈਲ ਸਿੰਘ ਨੂੰ ਦੀ ਜਿਹੜੀ ਡੈੱਡ ਬੋਡੀ ਹੈ, ਉਹ ਜਿਹੜਾ ਤੀਸਰਾ ਇਹਨਾਂ ਦੇ ਨਾਲ ਦਾ ਮੁਲਜ਼ਮ ਹੈ ਅਵਤਾਰ ਸਿੰਘ ਨਿਕੜਾ, ਉਹਦੀ ਜਿਹੜੀ ਖੂਹੀ ਹੈ ਉੱਥੇ ਇਹਨਾਂ ਨੇ ਸੁੱਟੀ ਹੋਈ ਸੀ। ਉਹਦੇ ਤੇ ਫਿਰ ਜਿਹੜੇ ਤਹਿਸੀਲਦਾਰ ਸਾਹਿਬ ਹੈ ਸ਼੍ਰੀ ਪਵਨਦੀਪ ਸਿੰਘ ਅਹਿਮਦਗੜ੍ਹ ਦੇ, ਉਹਨਾਂ ਨੂੰ ਬੁਲਾਇਆ, ਉਹ ਮੌਕੇ ਤੇ ਆਏ, ਉਹਨਾਂ ਦੀ ਹਾਜ਼ਰੀ ਦੇ ਵਿੱਚ ਫਿਰ ਇਹਦੀ ਜਿਹੜੀ ਡੈਡ ਬੋਡੀ ਹੈ ਉਹ ਖੂਹੀ ਦੇ ਵਿੱਚੋਂ ਕੱਢੀ ਔਰ ਉਹਦਾ ਫਰਦਰ ਜੋ ਸਾਡੇ ਪੋਸਟਮਾਰਟਮ ਦੇ ਕਾਗਜ਼ ਤਿਆਰ ਕਰਕੇ ਫਾਰਮ 25 35 ਵਗੈਰਾ ਤਿਆਰ ਕਰਕੇ ਔਰ ਉਹਦੀ ਸ਼ਨਾਖਤ ਬਿਆਨ ਲਿਖ ਕੇ ਸਾਰੇ, ਤੇ ਫਿਰ ਉਹਦਾ ਪੋਸਟਮਾਰਟਮ ਕਰਵਾਇਆ ਔਰ ਉਹਦਾ ਸੰਸਕਾਰ ਵੀ ਕਰ ਦਿੱਤਾ ਉਹਦੇ ਘਰ। ਔਰ ਇਸ ਤੋਂ ਬਾਅਦ ਜਿਹੜੇ ਮੁਲਜ਼ਮ ਨੇ ਦੋਨੇ, ਇਹਨਾਂ ਦੀ ਜਦੋਂ ਮਜ਼ੀਦ ਪੁੱਛਗਿੱਛ ਹੋਈ ਹੈ, ਮਜ਼ੀਦ ਇਹਦੇ ਵਿੱਚ ਤਾਂ ਉਹਨਾਂ ਦੀ ਇੰਟਰੋਗੇਸ਼ਨ ਤੇ ਇਹਨਾਂ ਨੇ ਕਤਲ ਕਿਵੇਂ ਕੀਤਾ, ਕਿੱਥੇ ਕੀਤਾ ਔਰ ਉਸ ਤੋਂ ਬਾਅਦ ਕਿੱਦਾਂ ਉਹਦੀ ਬੋਡੀ ਨੂੰ ਇਹਨਾਂ ਨੇ ਡਿਸਪੋਜ਼ ਆਫ ਖੁਰਦ ਕਰ ਦੀ ਨੀਅਤ ਦੇ ਨਾਲ ਕਿਵੇਂ ਸਾਰਾ ਉਹ ਸਾਰਾ ਹੀ ਤਫਤੀਸ਼ ਦੇ ਵਿੱਚ ਬਿਲਕੁਲ ਕਲੀਅਰ ਹੋ ਗਿਆ। ਤੁਸੀਂ ਦੇਖੋ ਕਿ ਇਹ ਇੱਕ ਮਹਿਜ ਜਿਹੜਾ ਸ਼ਖਸ ਹੈ ਪਹਿਲੇ ਜਰਨੈਲ ਸਿੰਘ, ਉਹ ਲਾਪਤਾ ਹੋਇਆ, ਲੇਕਿਨ ਪੁਲਿਸ ਨੂੰ ਜਦੋਂ ਇਹ ਇਤਲਾਹ ਮਿਲੀ ਇਸ ਆਧਾਰ ਤੇ ਇਹ ਬਿਲਕੁਲ ਇੱਕ ਅੰਨਾ ਕਤਲ ਸੀ, ਬਲਾਈਂਡ ਮਰਡਰ ਸੀ, ਜਿਹਨੂੰ ਸਿਕੰਦਰ ਸਿੰਘ ਨੇ SHO ਸਾਹਿਬ ਨੇ ਬੜੀ ਤਨਦੇਹੀ ਨਾਲ ਮਿਹਨਤ ਦੇ ਨਾਲ ਇਹਦੇ ਤੇ ਕਾਰਵਾਈ ਕਰਦਿਆਂ ਹੋਇਆ ਬਹੁਤ ਹੀ ਵਧੀਆ ਸੁਚੱਜੇ ਢੰਗ ਦੇ ਨਾਲ ਇੱਕ ਪੇਸ਼ੇਵਰਾਨਾ ਤਰੀਕੇ ਦੇ ਨਾਲ ਇਹਦੀ ਜਿਹੜੀ ਕਤਲ ਦੀ ਜਿਹੜੀ ਤਫਤੀਸ਼ ਹੈ ਉਹ ਅਮਲ ਚ ਲਿਆਂਦੀ ਔਰ ਇਸ ਤਰੀਕੇ ਦੇ ਨਾਲ ਇਹ ਬਹੁਤ ਅੱਛੀ ਸਫਲਤਾ ਹੈ। ਅੰਨੇ ਕਤਲ ਨੂੰ ਟ੍ਰੇਸ ਕਰਨਾ, ਇਹਦੇ ਨਾਲ ਮੈਂ ਇਹਨਾਂ ਨੂੰ ਵਧਾਈ ਦਿੰਦਾ ਪੂਰੀ ਪੁਲਿਸ ਟੀਮ ਨੂੰ, ਸੰਦੌੜ ਦੀ ਪੁਲਿਸ ਨੂੰ। ਇਹਦੇ ਵਿੱਚ ਮੇਨ ਚੀਜ਼ ਜਿਹੜੀ ਤੁਹਾਨੂੰ ਦੱਸਣ ਵਾਲੀ ਹੈ, ਅਸੀਂ ਇਹਦਾ ਜਿਹੜਾ ਮੋਟਿਵ ਹੈ ਇਹਨੂੰ ਮਾਰਨ ਦਾ, ਜਰਨੈਲ ਸਿੰਘ ਨੂੰ,
ਉਹ ਜਿਹੜਾ ਹੈ ਉਹ ਚੀਜ਼ ਨੂੰ ਅਸੀਂ ਕਲੀਅਰ ਕਰ ਰਹੇ ਹਾਂ। ਸਾਨੂੰ ਪਤਾ ਲੱਗਿਆ ਹੈ ਕਿ ਇਹ ਜਿਹੜਾ ਨਿਕੜਾ ਹੈ ਅਵਤਾਰ ਸਿੰਘ ਅਜੇ ਫਿਲਹਾਲ ਭਗੌੜਾ ਹੈ, ਅਸੀਂ ਇਹਨੂੰ ਜਲਦੀ ਫੜ ਲੈਣਾ। ਪੁਲਿਸ ਟੀਮਾਂ ਲਾਈਆਂ ਹੋਈਆਂ ਨੇ। ਅਵਤਾਰ ਸਿੰਘ ਨਿਕੜੇ ਇਹਨਾਂ ਦੇ ਨਾਲ ਇੱਕ ਇਹਨਾਂ ਦਾ ਰੌਲਾ ਹੈ, ਬੂਟੇ ਸਫੈਦੇ ਵਗੈਰਾ ਕੋਈ ਇਸ ਤਰ੍ਹਾਂ ਵੱਡੇ ਸੀ, ਜਿਹਦੇ ਕਰਕੇ ਇਹਨਾਂ ਦਾ ਇੱਕ ਇਹਦੇ ਸੰਬੰਧ ਵਿੱਚ ਇੱਕ ਕੋਈ ਜ਼ਮੀਨ ਦਾ ਵੀ ਝਗੜਾ? ਹਾਂਜੀ ਉਹੀ ਮੈਂ ਦੱਸ ਰਿਹਾ, ਉਹੀ ਉਹਦੀ ਜਿਹੜੀ ਡਿਟੇਲ ਹੈ ਮੈਂ ਇਹਨਾਂ ਨੂੰ ਕਿਹਾ ਸੀਗਾ ਰਿਟ ਪਟੀਸ਼ਨ ਚੱਲ ਰਹੀ ਹੈ, ਮੈਨੂੰ ਪਤਾ ਲੱਗਿਆ ਹੈ। ਉਹ ਤੁਸੀਂ ਸਟੇ ਜਿਹੜਾ ਹੋਇਆ ਉਹ ਸਾਰੇ ਅਸੀਂ ਡਾਕੂਮੈਂਟਸ ਕਲੈਕਟ ਕਰ ਰਹੇ ਹਾਂ। ਉਹ ਐਵੀਡੈਂਸ ਹੈ, ਮੋਟਿਵ ਤੇ ਇਹਨੂੰ ਮਾਰਨ ਦਾ ਕਾਰਨ ਪਤਾ ਲੱਗਦਾ ਹੈਗਾ। ਤੁਸੀਂ ਦੇਖੋ ਕਿ ਇਹਦੇ ਚ ਜਿਸ ਤਰੀਕੇ ਨਾਲ ਇਹਨਾਂ ਨੇ ਇਹਨੂੰ ਜਰਨੈਲ ਸਿੰਘ ਨੂੰ ਮਾਰਿਆ, ਉਹਦੇ ਚ ਜਿਹੜਾ ਉਹ ਹਥਿਆਰ ਸੀ ਗੰਡਾਸੀ ਸੀਗੀ, ਉਹ ਵੀ ਬਰਾਮਦ ਕੀਤੀ ਹੈ। ਔਰ ਮੋਟਰਸਾਈਕਲ ਜਿਹੜੇ ਇਹਦਾ ਨਿਕੜਾ ਜਿਹੜਾ ਹੈ ਅਵਤਾਰ ਸਿੰਘ, ਇਹ ਮੋਟਰਸਾਈਕਲ ਤੋਂ ਇਲਾਵਾ ਜਿਹੜਾ ਦੂਸਰਾ ਮੋਟਰਸਾਈਕਲ ਵੀ ਇਹਨਾਂ ਨੇ ਇਸਤੇਮਾਲ ਕੀਤਾ ਹੈ, ਉਹ ਦੋਨੇ ਵਹੀਕਲ ਵੀ ਪੁਲਿਸ ਨੇ ਬਰਾਮਦ ਕਰ ਲਏ। ਔਰ ਇਹਦੇ ਚ ਫਿਰ ਮੈਂ ਉਹੀ ਗੱਲ ਕਹਿੰਦਾ, ਬੜੇ ਪੇਸ਼ੇਵਰ ਤਰੀਕੇ ਦੇ ਨਾਲ ਇਹਦੀ ਜਿਹੜੀ ਅੰਨੇ ਕਤਲ ਦੀ ਤਫਤੀਸ਼ ਹੈ ਉਹ ਅਮਲ ਚ ਲਿਆਂਦੀ ਜਾ ਰਹੀ ਹੈ। ਇਹਦੇ ਚ ਤੁਸੀਂ ਦੇਖੋ ਕਿ ਜਿਹੜਾ ਉਹਦਾ ਮੋਬਾਈਲ ਫੋਨ ਸੀ ਜਰਨੈਲ ਸਿੰਘ ਦਾ, ਅਸੀਂ ਉਹਦਾ ਟੈਕਨੀਕਲੀ ਤਾਂ ਜੋ ਉਹਦੀ ਸੀਡੀਆਰ ਵਗੈਰਾ ਉਹ ਸਾਰਾ ਕੁਝ ਮੰਗਵਾ ਰਹੇ ਹਾਂ, ਅਪਲਾਈ ਕਰ ਦਿੱਤੀ ਹੈ, ਲੇਕਿਨ ਉਹਦਾ ਜਿਹੜਾ ਮੋਬਾਈਲ ਹੈ ਉਹਨੂੰ ਵੀ ਅਸੀਂ ਇਹਨਾਂ ਦੀ ਅੱਗੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ 5 ਦਿਨ ਦਾ ਪੁਲਿਸ ਰਿਮਾਂਡ ਲਿਆ ਹੈ ਦੋਸ਼ੀਆਂ ਦਾ। 5 ਦਿਨ ਦਾ ਜਿਹੜਾ ਰਿਮਾਂਡ ਹੈ, ਅਸੀਂ ਹੁਣ ਇਸ ਰਿਮਾਂਡ ਦੇ ਦੌਰਾਨ ਜਿਵੇਂ ਇਹ ਮੋਬਾਈਲ ਫੋਨ ਮੈਂ ਤੁਹਾਨੂੰ ਦੱਸਿਆ ਇਹ ਵੀ ਅਸੀਂ ਬਰਾਮਦ ਕਰਾਂਗੇ ਤੇ ਹੋਰ ਡੂੰਘਾਈ ਚ ਪੜਤਾਲ ਕਰਾਂਗੇ ਤਾਂ ਕਿ ਕਿਸੇ ਵੀ ਐਂਗਲ ਤੋਂ ਕਿਸੇ ਵੀ ਪੱਖੋਂ ਇਹਦੇ ਚ ਕਿਸੇ ਵੀ ਤਰ੍ਹਾਂ ਦਾ ਕੋਈ ਕਮੀ ਨਾ ਰਹੇ। ਇਸ ਤਰੀਕੇ ਦੇ ਨਾਲ ਇਹ ਜਿਹੜਾ ਮੁਕੱਦਮਾ 122 ਹੈ ਇਹਨੂੰ ਫਿਰ 302 ਦੇ ਵਿੱਚ ਇਹਨੂੰ ਜੁਰਮ ਨੂੰ ਤਬਦੀਲ ਕਰਕੇ ਉਹਦੇ ਚ ਇਹਦੀ ਤਫਤੀਸ਼ ਕੀਤੀ ਹੈ, ਚੱਲ ਰਹੀ ਹੈ। ਤੇ ਇਸ ਤਰੀਕੇ ਨਾਲ ਇਹ ਅੰਨੇ ਕਤਲ ਦਾ ਜਿਹੜਾ ਮੁਕੱਦਮਾ ਹੈ ਉਹ ਸੰਦੌੜ ਪੁਲਿਸ ਨੇ ਟ੍ਰੇਸ ਕਰ ਲਿਆ। ਸਰ ਇੱਕ ਜਿਹੜਾ ਮਰਿਆ ਬਿਲਕੁਲ ਤੁਹਾਡੀ ਜਰਨੈਲ ਸਿੰਘ ਸੋਰੀ ਸਹੀ ਗੱਲ ਹੈ। ਇਹ ਜਿਹੜੀ ਗੱਲ ਹੈਗੀ ਇਹ 'ਚ ਕੋਈ ਸ਼ੱਕ ਨਹੀਂ। ਜਰਨੈਲ ਸਿੰਘ ਨੂੰ ਕੀ ਨਾਮ ਹੈ? ਅਮਰੀਕ ਸਿੰਘ ਨਾਮ ਦਾ ਇੱਕ ਸ਼ਖਸ ਹੈ, ਉਹ 50,000 ਰੁਪਇਆ ਦੇ ਕੇ ਗਿਆ ਜੀ। ਔਰ ਇਹਨਾਂ ਦੀ ਪੁੱਛਗਿੱਛ ਤੋਂ ਇਹ ਗੱਲ ਅਜੇ ਸਾਹਮਣੇ ਆਈ ਹੈ ਕਿ ਅਵਤਾਰ ਸਿੰਘ ਜਿਹੜਾ ਨਿਕੜਾ ਹੈ, ਕਿਉਂਕਿ ਉਹਦੀ ਮੋਟਰ ਨਾਲ ਹੈ ਜਿੱਥੇ ਕੰਮ ਕਰ ਰਿਹਾ ਸੀ, ਉਹਨੂੰ ਉਸ ਚੀਜ਼ ਦਾ ਪਤਾ ਲੱਗ ਗਿਆ। ਉਹ ਕਿਉਂਕਿ 50,000 ਰੁਪਇਆ ਫੜਾਇਆ, ਸਾਹਮਣੇ ਫੜਾਇਆ, ਉਹਨੂੰ ਇਸ ਚੀਜ਼ ਦਾ ਪਤਾ ਸੀ। ਉਹਨੇ ਇਹ ਜਿਹੜੇ ਦੋਨੇ ਬੰਦੇ ਹੈ ਜਿਹੜੇ ਦੋਸ਼ੀ ਅਸੀਂ ਗੱਗੀ ਤੇ ਨਾਇਤਾ ਗ੍ਰਿਫਤਾਰ ਕੀਤੇ ਨੇ, ਇਹਨਾਂ ਨੂੰ ਇਹ ਗੱਲ ਮਤਲਬ ਇਹਨਾਂ ਨੂੰ ਇਸ ਭਰੋਸੇ 'ਚ ਲਿਆ ਸੀਗਾ ਕਿ ਤੁਹਾਨੂੰ ਇਸ ਕੰਮ ਕਰਨ ਦੇ ਅਸੀਂ ਪੈਸੇ ਦੇਵਾਂਗੇ। ਇਹਨਾਂ ਦੀ ਪੁੱਛਗਿੱਛ ਦੇ ਮੁਤਾਬਕ 35,000 ਰੁਪਏ ਦੇ ਵਿੱਚ ਇਹਨਾਂ ਦੀ ਗੱਲ ਹੋਈ ਹੈ, ਲੇਕਿਨ ਉਹ 35,000 ਰੁਪਇਆ ਜਿਹੜਾ ਹੈ ਅਜੇ ਇਹਨਾਂ ਨੂੰ ਮਿਲਿਆ ਨਹੀਂ ਇਹਨਾਂ ਦੀ ਪੁੱਛਗਿੱਛ ਦੇ ਮੁਤਾਬਕ, ਕਿਉਂਕਿ ਅਵਤਾਰ ਸਿੰਘ ਨਿਕੜਾ ਹੈ ਜਿਹੜਾ ਉਹ ਫਰਾਰ ਹੈ। ਨਹੀਂ, ਜਿਹੜਾ ਉਹ ਜਰਨੈਲ ਨੂੰ ਪੈਸੇ ਦੇ ਕੇ ਗਏ, ਫਿਰ ਉਹ ਪੈਸੇ ਕਿੱਥੇ ਗਏ? ਉਹਨਾਂ ਦੀ ਬਰਾਮਦਗੀ ਕੋਈ ਹੋਈ? ਪੈਸੇ ਦੀ ਉਹ ਦੱਸ ਰਿਹਾ ਨਾ ਦੀ ਪੁੱਛ ਕੀਤੀ ਜਿਹੜੀ ਕੋਈ ਜਿਹੜਾ ਜਰਨੈਲ ਸਿੰਘ ਬੰਦਾ ਦੇ ਕੇ ਤੁਹਾਨੂੰ ਮੈਂ ਦੱਸਦਾ ਉਹੀ ਉਹ ਚੀਜ਼ ਸਾਰੀ ਆਪਾਂ ਤਫਤੀਸ਼ ਲਿਆਵਾਂਗੇ। ਜਰਨੈਲ ਸਿੰਘ ਨੂੰ ਮਰਨ ਵਾਲੇ ਨੂੰ ਅਮਰੀਕ ਸਿੰਘ ਨਾਮ ਦਾ ਬੰਦਾ 50,000 ਰੁਪਏ ਦੇ ਕੇ ਗਿਆ, ਠੀਕ ਹੈ। ਉਹ ਚੀਜ਼ ਸਾਰੀ ਕਲੀਅਰ ਕਰ ਰਹੇ ਆ। ਔਰ ਇਹਨਾਂ ਦੀ ਪੁੱਛਗਿੱਛ ਤੇ ਵੀ ਇਹ ਗੱਲ ਆਈ ਕਿ ਉਹ ਜਦੋਂ ਉਹਨੂੰ ਮਾਰਿਆ ਉਹਦਾ ਮੋਬਾਈਲ ਫੋਨ ਅਤੇ ਜਿਹੜੇ ਪੈਸੇ ਆ ਉਹ ਉਹਦੇ ਕੋਲ ਹੈ, ਅਵਤਾਰ ਸਿੰਘ ਨਿਕੜੇ ਕੋਲ। ਹਾਂ, ਇਹ ਜਿਹੜਾ 5 ਦਿਨ ਦਾ ਰਿਮਾਂਡ ਹੀ ਇਸ ਕਰਕੇ ਹੀ ਐਸਐਚਓ ਨੇ ਜ਼ਿਆਦਾ ਲਿਆ ਹੈ ਕਿਉਂਕਿ ਇਹ ਕਈ ਵਾਰ ਆਪਦੀਆਂ ਗੱਲਾਂ ਜਿਹੜੀਆਂ ਨਾ ਸ਼ਾਤਰ ਬੰਦੇ ਆ, ਚਤਰ ਚਲਾਕ ਨੇ। ਬੋਡੀ ਸਾਨੂੰ ਖੂਹ ਦੇ ਵਿੱਚੋਂ ਬਰਾਮਦ ਹੋ ਗਈ, ਕੋਈ ਸ਼ੱਕ ਨਹੀਂ, ਐਜੈਕਟ ਮਜਿਸਟਰ ਦੀ ਹਾਜ਼ਰੀ 'ਚ ਬਰਾਮਦ ਕਰ ਲਈ ਹੈ, ਲੇਕਿਨ ਉਸ ਮਾਰਨ ਤੋਂ ਬਾਅਦ ਇਹਦੀ ਬੋਡੀ ਨੂੰ ਖੁਰਦ-ਬੁਰਦ ਕਰਨ ਦੀ ਨੀਅਤ ਦੇ ਨਾਲ
ਡਿਸਪੋਜ਼ ਆਫ ਕਰਨ ਦੇ ਲਈ ਇਹਨਾਂ ਨੇ ਕਿੱਥੇ ਕਿੱਥੇ ਗਏ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਗੰਦੇ ਨਾਲੇ ਦੀ ਵੀ ਇਹਨਾਂ ਦੀ ਪੁੱਛਗਿੱਛ ਤੇ ਇਹ ਗੱਲ ਆਈ ਹੈ, ਪਰ ਉਹ ਸਾਰੀ ਅਸੀਂ ਨਿਸ਼ਾਨਦੇਹੀ ਕਰ ਰਹੇ ਹਾਂ ਉਸ ਚੀਜ਼ ਦੀ। ਬੇਵਾਕਿਆ ਹੀ ਇਹ ਸੱਚ ਹੈ। ਅਗਰ ਇਸ ਤਰੀਕੇ ਦੇ ਨਾਲ ਹੋਇਆ, ਕਿਹੜੇ ਰੂਟ ਤੋਂ ਗਏ ਇਹ, ਪਹਿਲਾਂ ਕਿਹੜੇ ਰੂਟ ਰਾਹੀਂ ਆਏ, ਉਹਦੇ 'ਚ ਮੈਂ ਮੁੱਖ ਅਫਸਰ ਨੂੰ ਇਹ ਗੱਲ ਕਹੀ ਹੈ ਕਿ ਈਵਨ ਜੇ ਸਾਨੂੰ ਕੋਈ ਐਵੀਡੈਂਸ ਮਿਲੇ CCTV ਵਗੈਰਾ, ਅਸੀਂ ਉਹ ਵੀ ਚੀਜ਼ ਕਲੈਕਟ ਕਰਾਂਗੇ, ਆਧਾਰ ਹਰ ਇੱਕ ਕਲੈਕਟ ਕਰਾਂਗੇ ਅਸੀਂ।